ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਾਂ ਜੁੜੇ ਆ, ਨਕਮਸਤਕ ਹੋ ਰਹੇ ਆ ਤੇ ਅੱਜ ਪੂਰਨਵਾਸੀ ਦਾ ਪਵਿੱਤਰ ਦਿਹਾੜਾ ਹੈ। ਜਦ ਪੂਰਨਵਾਸੀ ਦੇ ਪਵਿੱਤਰ ਦਿਹਾੜੇ ਤੇ ਆਪਾਂ ਅੱਜ ਗੁਰੂ ਦੇ ਵਿਚਾਰ ਕਰ ਰਹੇ ਆ, ਕੁਝ ਸਿੱਖਿਆ ਲੈਣ ਵਾਸਤੇ ਆਏ ਆ। ਸੰਗਤ ਜੀ, ਪ੍ਰਾਤਨ ਸਮਿਆਂ ਤੋਂ ਹੀ ਮਹਾਰਾਜ ਜੀ ਨੇ ਇੱਕ ਰੀਤ ਚਲਾਈ ਆ ਕਿ ਪੁਰਾਣੇ ਸਮਿਆਂ ਦੇ ਵਿੱਚ ਸਮਾਂ ਬੜਾ ਘੱਟ ਹੋਇਆ ਕਰਦਾ। ਪੂਰਨਮਾਸੀ, ਪੁੰਨਿਆ, ਮੱਸਿਆ, ਇਹਨਾਂ ਦਿਨਾਂ ਦੇ ਵਿੱਚ ਸੰਗਤ ਆ ਕੇ ਗੁਰੂ ਦੇ ਦਰ ਤੇ ਸੇਵਾ ਸਿਮਰਨ ਕਰਦੀ ਤੇ ਸੇਵਾ ਸਿਮਰਨ ਕਰਕੇ ਗੁਰੂ ਤੋਂ ਲਾਹਾ ਲੈਂਦੀ। ਤੇ ਅੱਜ ਆਪਾਂ ਪੂਰਨਵਾਸੀ ਦੇ ਪਵਿੱਤਰ ਦਿਹਾੜੇ ਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਆ। ਸੰਗਤ ਜੀ, ਇਸ ਦੁਨੀਆ ਦੇ ਭਲੇ ਵਾਸਤੇ ਮਹਾਂਪੁਰਸ਼ ਆਉਂਦੇ ਨੇ, ਰੱਬ ਦੇ ਪਿਆਰੇ ਆਉਂਦੇ ਨੇ, ਰਿਸ਼ੀ ਜਨ ਆਉਂਦੇ ਨੇ। ਧੰਨ ਧੰਨ ਭਗਵਾਨ ਵਾਲਮੀਕੀ ਜੀ ਮਹਾਰਾਜ। ਵਾਲਮੀਕੀ ਜੀ ਮਹਾਰਾਜ ਜੀ ਉਸ ਸਮੇਂ ਦੇ ਵਿੱਚ ਆਏ ਜਿਸ ਵਕਤ ਇਸ ਦੁਨੀਆ ਤੇ ਘੋਰ ਘੋਰ ਸੀ। ਭਗਵਾਨ ਰਾਮਚੰਦਰ ਜੀ ਦੇ ਆਉਣ ਤੋਂ ਪਹਿਲਾਂ ਭਗਵਾਨ ਵਾਲਮੀਕੀ ਜੀ ਮਹਾਰਾਜ ਜੀ ਨੇ 10,000 ਪਹਿਲਾਂ ਰਮਾਇਣ ਦਾ ਰਚੇਤਾ ਕਰਤੀ ਵੀ ਆਉਣ ਵਾਲਾ ਸਮਾਂ ਇਹੋ ਜਾਊਗਾ। 10,000 ਸਮਾਂ ਪਹਿਲਾਂ ਲਿਖ ਦਿੱਤਾ ਸੀ ਤੇ ਭਗਵਾਨ ਵਾਲਮੀਕੀ ਜੀ ਮਹਾਰਾਜ ਜਿਨ੍ਹਾਂ ਦੀ ਤਪੱਸਿਆ, ਜਿਨ੍ਹਾਂ ਦੀ ਘਾਲਣਾ ਐਡੀ ਵੱਡੀ ਸੀ। ਤੁਸੀਂ ਜਾਣਦੇ ਹੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਅੱਗੇ ਜਾਓਗੇ ਤੁਹਾਨੂੰ ਵਾਲਮੀਕੀ ਮਹਾਰਾਜ ਤੀਰਥ ਮਿਲੂਗਾ। ਮੈਂ ਵੀ ਦਰਸ਼ਨ ਕੀਤੇ ਆ, ਜਿੱਥੇ ਭਗਵਾਨ ਵਾਲਮੀਕੀ ਜੀ ਮਹਾਰਾਜ ਜੀ ਦਾ ਘਰ, ਜਿਹਨੂੰ ਆਪਾਂ ਮੰਦਿਰ ਕਹਿੰਦੇ ਆ, ਪਰ ਇੱਕ ਸਮੇਂ ਇਸ ਤੀਰਥ ਤੇ ਭਗਵਾਨ ਵਾਲਮੀਕੀ ਜੀ ਮਹਾਰਾਜ ਜੀ ਦਾ ਵਿਦਿਆਲਿਆ ਸੀ, ਭਾਵ ਯੂਨੀਵਰਸਿਟੀ ਸੀ। ਜਿਸ ਯੂਨੀਵਰਸਿਟੀ ਦੇ ਵਿੱਚ ਸ਼ਿਸ਼ਿਆਂ ਨੂੰ, ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਸੀ। ਸਭ ਤੋਂ ਵੱਡਾ ਕੇਂਦਰ ਸੀ ਸਿੱਖਿਆ ਦੇਣ ਦਾ, ਜਿੱਥੇ ਸ਼ਾਸਤਰ ਵਿਦਿਆ ਦਾ ਗਿਆਨ ਦਿੱਤਾ ਜਾਂਦਾ ਸੀ, ਜਿੱਥੇ ਧਰਮ ਦਾ ਗਿਆਨ ਦਿੱਤਾ ਜਾਂਦਾ ਸੀ, ਜਿੱਥੇ ਰੱਬ ਦੀ ਬੰਦਗੀ ਦਾ ਗਿਆਨ ਦਿੱਤਾ ਜਾਂਦਾ ਸੀ। ਦੂਜਾ, ਇਸੇ ਯੂਨੀਵਰਸਿਟੀ ਦੇ ਵਿੱਚ, ਇਸੇ ਵਿਦਿਆਲਿਆ ਦੇ ਵਿੱਚ, ਇਸੇ ਮਹਾਰਾਜ ਜੀ ਦੇ ਘਰ ਵਿੱਚ ਸ਼ਾਸਤਰ ਵਿਦਿਆ ਸਿਖਾਈ ਜਾਂਦੀ ਸੀ। ਹੁਣ ਸੁਣੀ ਚੱਲਿਓ ਧਿਆਨ ਨਾਲ। ਸ਼ਾਸਤਰ ਵਿਦਿਆ ਸਿਖਾਉਂਦੇ ਮਹਾਰਾਜ ਜੀ ਆਪ, ਭਗਵਾਨ ਵਾਲਮੀਕੀ ਜੀ ਮਹਾਰਾਜ ਆਪ ਸ਼ਾਸਤਰ ਵਿਦਿਆ ਸਿਖਾਉਂਦੇ ਤੇ ਸ਼ਾਸਤਰ ਵਿਦਿਆ ਦੇ ਵਿੱਚ ਵੀ ਉਹਨਾਂ ਤੋਂ ਸਿੱਖਿਓ ਇੰਨੇ ਕੀ ਮਾਹਰ ਹੋ ਜਾਂਦੇ ਜਿਹਦੇ ਵਰਗਾ ਦੂਜਾ ਫਿਰ ਕੋਈ ਨਹੀਂ ਹੁੰਦਾ। ਆਖੋ ਸਤਨਾਮ। ਸ਼ਾਸਤਰ ਵਿਦਿਆ ਤੇ ਨਾਲ ਧਾਰਮਿਕ ਵਿਦਿਆ, ਨਾਲ ਦੁਨਿਆਵੀ ਵਿਦਿਆ। ਭਗਵਾਨ ਵਾਲਮੀਕੀ ਜੀ ਮਹਾਰਾਜ ਜੀ ਨੇ ਇੱਕ ਐਸਾ ਘਰ ਬਣਾਇਆ, ਐਸਾ ਵਿਦਿਆਲਾ ਬਣਾਇਆ ਜਿੱਥੋਂ ਧਰਮ ਦੀ ਸਿੱਖਿਆ ਵੀ ਮਿਲਦੀ ਆ, ਦੁਨਿਆਵੀ ਸਿੱਖਿਆ ਵੀ ਮਿਲਦੀ ਆ ਤੇ ਸ਼ਾਸਤਰ ਵਿਦਿਆ ਵੀ ਮਿਲਦੀ ਆ। ਕਿਉਂਕਿ ਸ਼ਾਸਤਰਾਂ ਤੋਂ ਬਿਨਾਂ ਵੀ ਰਾਜ ਸੁਰੱਖਿਅਤ ਨਹੀਂ ਰਹਿੰਦੇਗੇ। ਆ ਸਾਡੇ ਦੇਸ਼ ਦੀਆਂ ਫੌਜਾਂ ਬਾਰਡਰਾਂ ਤੇ ਆ, ਇਹਨਾਂ ਕੋਲੇ ਸ਼ਾਸਤਰ ਨੇ, ਤੇ ਜੇ ਨਾ ਹੋਣ ਤੇ ਆਪਸ ਵਿੱਚ ਹੀ ਲੜ ਲੜ ਮਰ ਜਾਣ। ਉਹ ਰੱਖਿਆ ਦੀ ਇੱਕ ਸੀਮਤ ਬਣਾਈ ਆ ਤੇ ਭਗਵਾਨ ਵਾਲਮੀਕੀ ਜੀ ਮਹਾਰਾਜ ਵਿੱਚ ਆਪ ਤਾਂ ਫਿਰ ਕਿੰਨੀਆਂ ਸ਼ਕਤੀਆਂ ਨੇ, ਉਹ ਤਾਂ ਭਗਵਾਨ ਹੀ ਜਾਣ ਸਕਦਾ ਜੋ ਉਹ ਜਾਣ ਸਕਦੇ ਨੇ। ਸੰਗਤ ਜੀ, ਜਿਸ ਸਮੇਂ ਦੇ ਵਿੱਚ ਸੀਤਾ ਮਾਤਾ ਨੂੰ ਭਗਵਾਨ ਰਾਮਚੰਦਰ ਜੀ ਨੇ ਆਪਣੇ ਮਹਿਲਾਂ ਦੇ ਵਿੱਚੋਂ ਕੱਢਤਾ ਨਾ, ਲੋਕਾਂ ਦੇ ਕਹਿਣ ਤੇ ਵੀ ਰਾਵਣ ਚੁੱਕ ਕੇ ਲੈ ਗਿਆ ਸੀ, ਇਹਨੂੰ ਇੱਥੇ ਰਹਿਣ ਦਾ ਅਧਿਕਾਰ ਨਹੀਂਗਾ। ਖੈਰ ਆਪਾਂ ਇਸ ਵਿਸ਼ੇ ਤੇ ਨਹੀਂ ਜਾਣਾ, ਇਹ ਵਿਸ਼ਾ ਲੰਮਾ ਵਾ। ਆਪਾਂ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਬਾਰੇ ਕੁਝ ਵਿਚਾਰਾ ਕਰ ਰਹੇ ਹਾਂ। ਸੰਗਤ ਜੀ, ਜਿਸ ਵਕਤ ਸੀਤਾ ਮਾਤਾ ਨੂੰ ਕੱਢ ਕੇ
बनवास दे विच जंगल दे विच छड्ड दिता गया। इस जंगल दे विच भगवान वाल्मीकि जी महाराज ने सीता नूं अपनी धी बना के घर रखिया। इत्थे ही दो बच्चों का जन्म होया, लव ते कुश। भगवान वाल्मीकि जी महाराज जी ने पहला इन्हां नूं पढ़ाई सिखाई, फिर धर्म का ज्ञान दिता, फिर अपनी रखिया वास्ते शास्त्र विद्या सिखाई। लव ते कुश ने भगवान वाल्मीकि जी महाराज कोलों इन्नी कि शास्त्र विद्या सिख ली कि जिसका कमाल उदों पता लग्या जदों रामचंद्र जी वालों घोड़ा छड्डिया गया भी साडा राज आ, इस घोड़े नूं कोई फड़ नहीं सकदा गा, साडे राज दे अगे खड़ नहीं सकदा गा। ते इन्हां दोनों बच्चों ने घोड़े नूं फड़ लिया। इस घोड़े की रखिया वास्ते नाल सैना रखी सी ते नाल बली हनुमान जी नाल चलदे सन, जिन्हां दी बाबत आपां सुनिया भी हत्थ ते पहाड़ चक लिआउंदे सी। जिस वक्त इन्हां बच्चियां दे नाल घोड़े नूं फड़िया न ते सैना का मुकाबला होया, सैना तो उन्होंने कुछ पल्ला च मुकाती। आखो सतनाम। महाबली हनुमान जी सामने आए। इन्हां दोनों बच्चों ने अपनी शास्त्र विद्या दे नाल, अपनी विद्या दे नाल रुख दे नाल हनुमान जी नूं बन लिया, रुख दे नाल। ते बाकी सिपाहियां नूं कहता जाओ आपदे राजे नूं कह दिओ भी घोड़ा ते अपना वजीर छड़ा के लै जाओ। आखो सतनाम। संगत जी, इन्हां दोनों बच्चों दे विच भगवान वाल्मीकि जी महाराज ने इन्नी की शक्ति भरती कि एडे एडे बली दरख्तां ना बन ले। जदों जाके रामचंद्र जी नूं दस्सिया भी दो बच्चे ने जिन्हां ने हनुमान जी नूं बन लिया ते फौजां नूं तरसमस्त करता, वो भी क्रोध विच आए, अपनी फौज नूं लैके हमला किया। इतिहासकार दसदे ने, कहंदे दोनों बच्चों ने इन्ना क जंग लड़िया कि सारी फौज ही खत्म करती। इत्थों तक लिखिया वा कि रामचंद्र भगवान जी भी एक बारी खत्म करते। सीता माता नूं दस्सिया जाके, माता तेरे दोनों बच्चे रामचंद्र दी सैना नाल लड़ रहे ने। जदों आके सीता ने तकिया की वेखदी आ, सारे खत्म करते। बाबा मेहर सिंह जी जथेदार साहब दस्सिया करदे, क्योंकि उन्होंने राम तीर्थ पहला नाम सी, आम लोग प्रचलित करता। भगवान वाल्मीकि तीर्थ उत्थे नाल बाबा मेहर सिंह जी सेवा भी कराउंदे रहे ने। दस्सिया करदे, कहंदे जदों सीता नूं पता लग्या कि पति ते फौजां सारियां खत्म करतियां, कहंदे सीता डाढा कुरलाई। जाके भगवान वाल्मीकि जी महाराज नूं कहंदे, महाराज तुसी केड़ी सिक्ख्या देती ऐसी बच्चियां नूं, केड़ी शक्ति देती
के फिर संगत जी सारी सैना नूं जिउंदा कीता। आखो सतनाम। सारी सैना नूं। ते सीता माता अपना शरीर छड्ड गए, राज भाग चलदा रहा, भगवान रामचंद्र जी दा राज चलिया गया। भगवान वाल्मीकि जी महाराज अटल ऋषि, अटल भगवान, युग पलट गया। श्री कृष्ण जी महाराज आए, जिन्हां दी बाबत भाई गुरदास जी ने अपनी वार लिखी है, हर जी आए, हर जी आए, छड्ड सिंघासन हर जी आए। समा उन्हां दा आया, जंगा जुद्धा होईयां, महाभारत की जंग हुई। जिस वक्त जंग होई ना गुरमुखो बड़ा जुल्म होया। समाप्ति तो बाद इन्हां सारिਆਂ ने सोचा कोई दान पुण्य होवे। पंडितां ने विद्वानां ने दस्सिया कि समेत जग करवाया जावे, जिहदे विच सिमरन भी होवे, सेवा भी होवे। सारे जिन्ने ऋषि आ पंडित आ सब नूं भोजन छकाया जावे। कृष्ण भगवान जी कहते भी सब नूं बुलाओ, प्रशादा पानी छकाओ, दान पुण्य होवे ताकि भला हो जे। भले दे वास्ते समेत जग कराउण वास्ते संगत जी जदों जग होया सारे ऋषियां मुनियां नूं बुलाया, पर जग संपूर्ण ना होया। आखो सतनाम। कृष्ण भगवान जी कहते जिहड़ा मैं शंख बजाउणा ना, इहदी आवाज 9 कुंडां च जाऊगी, हर जगह सुनूगी, पर जदों शंख बजाया उहदी आवाज सुनी ना। कहते की गल भगवान जी आवाज नहीं सुन देगी? कहते पुण्यदान किया, पर इस धरती ते सब तो वड्डे ऋषि आप मालिक 4 जुगां दे बैठे ने, जिन्ना चिर ओह नहीं आउंदे उन्ना चिर जग नहीं संपूर्ण होना। आखो सतनाम। कहते कौन? कहते भगवान वाल्मीकि जी महाराज, महान ऋषि। कहते असीं उन्हां नूं बुला लिआउने आ। कहते ठीक है जी। सब तो पहला अर्जन गया, कहता महाराज आओ साडे घर, साडे महलां च लंगर दा समेत जग रखिया वा, तुसीं अग उत्थे आओ। भगवान जी ने ना करती। जदों आके वापस दस्सिया कृष्ण भगवान जी नूं, वाल्मीकि जी महाराज ने ना करती। भीम कोले खड़ा सीगा, कहता जी मेरी ड्यूटी लाओ, मैं जाना, मैं लैके आउना। कहते ठीक है जी जाओ। भीम जी गए। कहते भगवान वाल्मीकि जी महाराज असी जग कीता वा, तुसी साडे नाल चल के प्रशादा पानी छको, साडा जग संपूर्ण करो। भगवान कहते नहीं असी महिला विच नहीं जांदेगे। कहते महाराज तुसी आपे ही चल पो, मैं तुहानूं लैण आया, नहीं तो तुहानूं चुक के लै जाना। मैं तो बड़े बड़े हाथी चुक चुक के मारे, अज तक वापस ही नहीं आए आसमान चो। अग घटना अपनी ताकत का हंकार हो गया। हरजू हंकार ना भावे, रब नूं ते रब दे प्यारे नूं हंकार नहीं चंगा लगदा। भगवान वाल्मीकि महाराज कहंदे भी ठीक आ साडी एक पानी वाली सिप्पी चुक, चलदे आ। जदों सिप्पी चुकन लगा ना, फिर सारी ताकत लाती, एक सिप्पी नहीं चुकी गई। अगो सतनाम। थक हार के वापस मुड़ आया। कहंदा महाराज कृष्ण भगवान जी आए नहीं। कहंदे फिर सारे ही बेनती करके सद के लियाओ। आखो सतनाम। फिर सारे प्यार नाल गए, बेनती की भगवान आ सब दे भले वास्ते एक जग रखिया, जरूर आओ। फिर भगवान वाल्मीकि जी महाराज आए। जदों आए ना गुरमुखो, सभा लगी, ऋषि मुनि बैठे ने, भगवान जी लिए वधिया आसन लाया गया, सारे लिए प्रशादा पानी तैयार करके छकाया रखिया गया। द्रौपदी ने सेवा करनी शुरू की। जिस वक्त प्रशादा तैयार, 36 प्रकार का भोजन भगवान वाल्मीकि जी महाराज को रखा गया। ऋषि मुनियां की प्रातन एक मर्यादा होया करदी है,
ਇੱਕ ਤਾਂ ਉਹ ਹੱਥ ਨਾਲ ਪ੍ਰਸ਼ਾਦਾ ਛਕਦੇ ਸਨ, ਦੂਜਾ ਭਗਵਾਨ ਨੂੰ ਪਹਿਲਾਂ ਅਰਦਾਸ ਕਰਦੇ ਸੀ। ਅੱਜ ਵੀ ਆਪਾਂ ਦੀ ਮਰਜ਼ਾਦਾ ਬਈ ਆਪਾਂ ਅਰਦਾਸ ਕਰਦੇ ਆ ਭੋਜਨ ਛਕਣ ਤੋਂ ਪਹਿਲਾਂ। ਭਗਵਾਨ ਵਾਲਮੀਕੀ ਜੀ ਮਹਾਰਾਜ ਨੇ ਦੇਖਿਆ ਥਾਲ ਦੇ ਵਿੱਚ 36 ਪ੍ਰਕਾਰ ਦਾ ਭੋਜਨ, ਅਲੱਗ-ਅਲੱਗ ਕੌਲੀਆਂ। ਦੇਖਦੇ ਆ ਵੀ 1 2 3 4 ਕਿਹਨੂੰ ਭੋਗ ਲਾਈਏ, ਕਿਹੜਾ ਪਹਿਲਾਂ ਛਕੀਏ ਕਿਹੜਾ ਬਾਅਦ ਚ। ਰੱਬ ਦੇ ਪਿਆਰਿਆਂ ਨੂੰ 36 ਪ੍ਰਕਾਰ ਦੇ ਭੋਜਨ ਨਾਲ ਕੋਈ ਸੰਬੰਧ ਨਹੀਂ ਆ, ਉਹਨਾਂ ਨੂੰ ਸੰਬੰਧ ਤਾਂ ਭੋਜਨ ਦੇ ਨਾਲ, 36 ਦੇ ਨਾਲ ਜਾਂ 72 ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ। ਸੰਗਤ ਜੀ, ਭਗਵਾਨ ਜੀ ਨੇ ਸਾਰਾ ਭੋਜਨ ਇੱਕੇ ਜਗ੍ਹਾ ਇਕੱਠਾ ਕਰਤਾ, ਰਲਾ ਕੇ ਹੱਥ ਦੇ ਨਾਲ। ਕਹਿੰਦੇ ਹੇ ਭਗਵਾਨ, ਆਪ ਪ੍ਰਵਾਨ ਕਰੋ ਤੇ ਆਪਣੇ ਸੇਵਕਾਂ ਨੂੰ ਛਕਣ ਦੀ ਆਗਿਆ ਬਖਸ਼ੋ। ਆਖੋ ਸਤਿਨਾਮ। ਜਦੋਂ ਇੰਨੀ ਗੱਲ ਸਾਰਾ ਹਲਾਇਆ ਭੋਜਨ ਤੇ ਇੱਕ ਬੁਰਕੀ ਲਾਉਣ ਹੀ ਲੱਗੇ ਸੀ, ਅਜੇ ਸਾਹਮਣੇ ਦ੍ਰੋਪਦੀ ਖੜੀ ਦੇਖਦੀ ਸੀ। ਕਹਿੰਦੀ ਲੈ ਦੇਖ ਕਿੰਨੇ ਵੱਡੇ ਰਿਸ਼ੀ ਕਹਿੰਦੇ ਸੀਗੇ, ਇਹਨਾਂ ਨੂੰ ਤਾਂ ਇਹ ਨਹੀਂ ਪਤਾ ਭੋਜਨ ਛਕਣਾ ਕਿਵੇਂ ਆ। ਸਾਰਾ ਹੀ ਇਕੱਠਾ ਕਰਤਾ, ਲੈ ਬੇਸੁਆਦਾ ਕਰਤਾ, ਸਾਰਾ ਹੀ ਇਕੱਠਾ ਕਰਤਾ। ਭਗਵਾਨ ਜੀ ਨੇ ਉਸੇ ਵਕਤ ਉੱਥੇ ਹੀ ਰੱਖਤੀ ਤੇ ਮਹਾਰਾਜ ਉੱਠ ਕੇ ਚਲੇ ਗਏ। ਸੰਖ ਵੱਜਿਆ, ਆਵਾਜ਼ ਨਾ ਆਈ। ਕਹਿੰਦੇ ਭਗਵਾਨ ਨਾਰਾਜ਼ ਹੋ ਕੇ ਚਲੇ ਗਏ, ਕੀ ਗੱਲ ਆ? ਕ੍ਰਿਸ਼ਨ ਭਗਵਾਨ ਜੀ ਕਹਿੰਦੇ ਦ੍ਰੋਪਦੀ, ਇਹ ਹੁਣ ਗੱਲ ਤੂੰ ਪੁੱਛ ਲੈ, ਆਪਣੇ ਮਨ ਨੂੰ ਵੀ ਗੱਲ ਕੀ। ਆਖੋ ਸਤਿਨਾਮ। ਕਹਿੰਦੇ ਦ੍ਰੋਪਦੀ, ਜਦ ਕਿਸੇ ਨੂੰ ਪ੍ਰਸ਼ਾਦਾ ਛਕਾਈਦਾ ਵਾ, ਜਦ ਸੇਵਾ ਕਰੀਦੀ ਆ, ਉਦੋਂ ਰੱਬ ਦਾ ਰੂਪ ਸਮਝੀਦਾ, ਘਿਰਨਾ ਨਹੀਂ ਕਰੀਦੀ। ਆਖੋ ਸਤਿਨਾਮ। ਮਨ ਵਿੱਚ ਸੋਚਦੀ ਸੀ ਵੀ ਰਿਸ਼ੀ ਨੂੰ ਤਾਂ ਪ੍ਰਸ਼ਾਦਾ ਛਕਣ ਦਾ ਵੀ ਨਹੀਂ ਪਤਾਗਾ, ਸਾਰਾ ਭੋਜਨ ਇਕੱਠਾ ਕਰਤਾ, ਇਸ ਕਰਕੇ ਜੱਗ ਸਬੂਰ ਨਹੀਂ ਹੋਇਆਗਾ। ਸੰਗਤ ਜੀ, ਕਹਿੰਦੇ ਭਗਵਾਨ ਫੇਰ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਦ੍ਰੋਪਦੀ, ਇੱਕ ਰਿਸ਼ੀ ਦੀ ਸੇਵਾ ਕਰ ਲਈਏ, ਇੱਕ ਰਿਸ਼ੀ ਵੱਲ ਚੱਲੀਏ, ਗੁਰੂ ਘਰ ਵੱਲ ਜਾਈਏ, ਸਤਸੰਗ ਵੱਲ ਜਾਈਏ। ਜੇ ਪ੍ਰਮਾਤਮਾ ਦਾ ਨਾਮ ਜਪਦੇ ਜਾਈਏ ਨਾ, ਇੱਕ ਇੱਕ ਕਦਮ ਦਾ ਫਲ ਵੀ ਸਮੇਤ ਜੱਗ ਦੇ ਬਰਾਬਰ। ਆਖੋ ਸਤਿਨਾਮ। ਸਤਸੰਗ ਦਾ ਫਲ ਏਡਾ ਵਾ, ਮਹਾਤਮਾ ਪੁਰਸ਼ ਕੋਲੇ ਜਾਣ ਦਾ ਫਲ ਇੰਨਾ ਵਾ। ਦ੍ਰੋਪਦੀ ਸਮਝੀ ਨੰਗੇ ਪੈਰੀ ਫਿਰ ਧੰਨ ਧੰਨ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਚਰਨਾਂ ਵਿੱਚ ਗਈ। ਜਾ ਕੇ ਕਹਿੰਦੀ ਮਹਾਰਾਜ ਪਹਿਲਾਂ ਮੇਥੋਂ ਗਲਤੀ ਹੋ ਗਈ, ਹੁਣ ਚੱਲ ਕੇ ਪ੍ਰਸ਼ਾਦਾ ਛਕੋ ਤੇ ਜੱਗ ਨੂੰ ਸੰਪੂਰਨ ਕਰੋ। ਭਗਵਾਨ ਵਾਲਮੀਕੀ ਜੀ ਮਹਾਰਾਜ ਆਪਣੀ ਮੌਜ ਵਿੱਚ ਬੈਠੇ ਸੀ। ਕਹਿੰਦੇ ਪੁੱਤਰਾ, 100 ਸਮੇਤ ਜੱਗ ਦਾ ਫਲ ਦੇ ਤੇ ਫੇਰ ਚੱਲਾਂਗੇ। ਆਖੋ ਸਤਿਨਾਮ। 100 ਸਮੇਤ ਜੱਗ ਦਾ ਫਲ। ਹੁਣ ਉਹਦਾ ਵਿਚਾਰੀ ਦਾ ਇੱਕ ਨਹੀਂ ਪੂਰਾ ਹੁੰਦਾਗਾ, ਇੱਕ ਰੱਖਿਆ ਵਾ ਉਹੀ ਨਹੀਂ ਪੂਰਾ ਹੋ ਰਿਹਾ ਵਾ, ਤੇ ਭਗਵਾਨ ਜੀ ਕਹਿੰਦੇ 100 ਸਮੇਤ ਜੱਗ ਦਾ ਫਲ ਦੇ ਪਹਿਲਾਂ, ਫੇਰ ਚੱਲਾਂਗੇ। ਮੈਂ ਹਮੇਸ਼ਾ ਕਈ ਵਾਰੀ ਬੇਨਤੀ ਕਰਦਾ ਹੁੰਦਾ, ਬਾਣੀ ਨੂੰ ਧਿਆਨ ਨਾਲ ਸੁਣਿਆ ਕਰੋ। ਗੁਰ ਕਾ ਬਚਨ ਬਸੇ ਜੀ ਨਾ ਲੈ, ਜਲ ਨਹੀਂ ਡੋਬੇ ਤਸਕਰ ਨਹੀਂ ਲੈਵੇ, ਭਾਏ ਨਾ ਸਾਕੇ ਜਾਲੇ। ਗੁਰੂ ਦਾ ਬਚਨ ਹਿਰਦੇ 'ਚ ਵਸ ਗਿਆ ਨਾ, ਨਾ ਇਹਨੂੰ ਚੋਰ ਚਰਾ ਸਕਦੇ ਨੇ, ਨਾ ਇਹਨੂੰ ਪਾਣੀ ਡੋਬ ਸਕਦਾ ਵਾ, ਨਾ ਅਗਨੀ ਜਲਾ ਸਕਦੀ ਆ। ਇਹ ਹਿਰਦੇ 'ਚ ਵਸ ਜਾਣਾ। ਤੁਸੀਂ ਧਨ ਦੌਲਤ ਇਕੱਠੀ ਕਰ ਲਓਗੇ, ਚੋਰ ਚਰਾ ਲੈਣਗੇ, ਹੋ ਸਕਦਾ ਸੜ ਜੇ ਡੁੱਬ ਜੇ ਕਰ ਜੇ, ਪਰ ਜਿਹੜਾ ਨਾਮ ਅੰਦਰ ਵਸ ਗਿਆ ਨਾ, ਉਹਨੇ ਨਹੀਂ ਖਤਮ ਹੋਣਾ। ਉਹਨੂੰ ਯਾਦ ਆਇਆ ਦ੍ਰੋਪਦੀ ਨੂੰ, ਭਗਵਾਨ ਕ੍ਰਿਸ਼ਨ ਜੀ ਕਹਿੰਦੇ ਇੱਕ ਇੱਕ ਕਦਮ ਜਾਣ ਦਾ ਫਲ ਸਮੇਤ ਜੱਗ ਦੇ ਬਰਾਬਰ। ਕਹਿੰਦੇ ਜੀ ਭਗਵਾਨ, ਮੈਂ ਸੁਣਿਆ ਵਾ ਕਿ ਗੁਰੂ ਵੱਲ ਨੂੰ ਜਾਣ ਦਾ ਫਲ ਇੱਕ ਇੱਕ ਕਦਮ ਦਾ ਸਮੇਤ ਜੱਗ ਦੇ ਬਰਾਬਰ ਆ। ਮੈਂ ਆਪਣੇ ਮਹਿਲਾਂ ਤੋਂ ਲੈ ਕੇ ਤੁਹਾਡੇ ਤੱਕ ਚੱਲ ਕੇ ਆਈਆਂ ਹਜ਼ਾਰਾਂ ਕਦਮ, ਉਹਦੇ ਵਿੱਚੋਂ 100 ਦਾ ਰੱਖ ਲਓ, ਬਾਕੀ ਮੈਨੂੰ ਫਲ ਦੇ ਕੇ ਮੇਰਾ ਜੱਗ ਸਪੂਰਨ ਕਰੋ। ਭਗਵਾਨ ਵਾਲਮੀਕੀ ਜੀ ਮਹਾਰਾਜ ਬੜੇ ਖੁਸ਼ ਹੋਏ, ਕਿਉਂਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ, ਉਹ ਆਪਣੇ ਭਗਤਾਂ ਦੀ ਸੇਵਾ ਤੋਂ ਖੁਸ਼ ਬਹੁਤ ਛੇਤੀ ਹੋ ਜਾਂਦੇ। ਹੱਸ ਕੇ ਕਹਿਣ ਲੱਗੇ ਚੱਲ ਪੁੱਤਰਾ। ਫਿਰ ਭਗਵਾਨ ਜੀ ਗਏ। ਤੇ ਗੁਰਮੁਖੋ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੇਨਤੀ ਕਰ ਦੇਵਾਂ। ਜਾਣ ਤੋਂ ਪਹਿਲਾਂ ਵੀ
ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਆਪ ਵੀ ਪਹੁੰਚ ਕੀਤੀ ਸੀ ਮਹਾਰਾਜ ਤੱਕ, ਪਰ ਭਗਵਾਨ ਵਾਲਮੀਕੀ ਜੀ ਪ੍ਰਗਟ ਨਹੀਂ ਹੋਏ ਸੀ ਸਾਹਮਣੇ। ਫਿਰ ਦ੍ਰੋਪਦੀ ਨੂੰ ਭੇਜਿਆ ਸੀ ਵੀ ਤੂੰ ਜਾ। ਫਿਰ ਭਗਵਾਨ ਵਾਲਮੀਕੀ ਜੀ ਮਹਾਰਾਜ ਨੇ ਜਾ ਕੇ ਪ੍ਰਸ਼ਾਦਾ ਪਾਣੀ ਛਕਿਆ, ਉਹਨੇ ਸ਼ਰਧਾ ਨਾਲ ਛਕਾਇਆ ਤੇ ਜੱਗ ਸੰਪੂਰਨ ਹੋਇਆ। ਭਗਵਾਨ ਰਾਮਚੰਦਰ ਜੀ ਆਉਣ ਤੋਂ 10,000 ਪਹਿਲਾਂ ਰਮਾਇਣ ਲਿਖੀ ਸੀ, ਉਹਨਾਂ ਦੇ ਸਮੇਂ ਦੇ ਵਿੱਚ ਹਾਜ਼ਰ ਸਨ। ਕ੍ਰਿਸ਼ਨ ਭਗਵਾਨ ਜੀ ਆਏ, ਉਹਨਾਂ ਦੇ ਸਮੇਂ ਵਿੱਚ ਹਾਜ਼ਰ ਸਨ। ਭਗਵਾਨ ਵਾਲਮੀਕੀ ਜੀ ਮਹਾਰਾਜ 4 ਯੁੱਗਾਂ ਦੇ ਵਿੱਚ ਹਾਜ਼ਰ ਸਨ। ਆਖੋ ਸਤਨਾਮ। ਅੱਜ ਵੀ ਸ਼ਬਦ ਵਿੱਚ ਵਸਦੇ ਨੇ, ਅੱਜ ਵੀ ਸ਼ਾਸਤਰ ਵਿੱਚ ਵਸਦੇ ਨੇ, ਅੱਜ ਵੀ ਬੰਦਗੀ ਵਿੱਚ ਵਸਦੇ ਨੇ। ਜਦੋਂ ਤੁਸੀਂ ਭਗਵਾਨ ਵਾਲਮੀਕੀ ਜੀ ਮਹਾਰਾਜ ਦਾ ਸਰੂਪ ਤੱਕੋਗੇ ਨਾ, ਸਰੂਪ ਫੋਟੋ, ਤਾਂ ਦੇਖਿਓ ਧਿਆਨ ਦੇ ਨਾਲ, ਉਹਨਾਂ ਦੇ ਚੌਂਕੜਾ ਮਾਰੇ ਦੇ ਕੇਸ ਤੇ ਲੰਮਾ ਦਾੜਾ, ਗੌਰ ਨਾਲ ਤੱਕਿਓ, ਸਮਝ ਤੁਹਾਨੂੰ ਆਪੇ ਲੱਗ ਜੂਗੀ। ਉਹਨਾਂ ਦੇ ਲਿਖਣ ਦਾ ਤਰੀਕਾ, ਜਦੋਂ ਲਿਖਦੇ ਨੇ, ਭਾਵੇਂ ਉਹ ਰਮਾਇਣ ਲਿਖਦੇ ਨੇ, ਭਾਵੇਂ ਉਹ ਸ਼ਾਸਤਰ ਵਿਦਿਆ ਲਿਖ ਰਹੇ ਨੇ, ਭਾਵੇਂ ਉਹ ਧਰਮ ਗਿਆਨ ਲਿਖ ਰਹੇ ਨੇ, ਤੁਸੀਂ ਦੇਖਿਓ ਉਹ ਲਿਖਦੇ ਸਾਨੂੰ ਇੱਕ ਸੰਦੇਸ਼ ਦਿੰਦੇ ਨੇ। ਉਹਨਾਂ ਦਾ ਜੀਵਨ ਵੀ ਇੱਕ ਸੰਦੇਸ਼ ਆ ਕਿ ਰੱਬ ਦੀ ਬੰਦਗੀ ਨਾਲ ਜੁੜਨਾ ਤੇ ਪੜ੍ਹ ਲਿਖ ਕੇ ਕੁਝ ਚੰਗੇ ਬਣਨਾ। ਆਖੋ ਸਤਨਾਮ। ਸੰਗਤ ਜੀ, ਜਿਹਨੂੰ ਅੱਜ ਤੁਸੀਂ ਭਗਵਾਨ ਵਾਲਮੀਕੀ ਤੀਰਥ ਕਹਿੰਦੇ ਆ, ਇਹ ਵਿਸ਼ਵ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਸੀ ਜਿੱਥੇ ਵਿਦਿਆ ਦਿੱਤੀ ਜਾਂਦੀ ਸੀ। 168, ਹੋ ਸਕਦਾ 2-4 ਅੱਗੇ ਪਿੱਛੇ ਹੋਵੇ, 168 ਭਗਵਾਨ ਵਾਲਮੀਕੀ ਜੀ ਮਹਾਰਾਜ ਨੇ ਵਿਦਿਆਲਿਆ ਬਣਾਏ ਸਨ, ਜਿੱਥੇ ਧਰਮ ਗਿਆਨ ਦਿੱਤਾ ਜਾਂਦਾ ਸੀ, ਸ਼ਾਸਤਰ ਗਿਆਨ ਦਿੱਤਾ ਜਾਂਦਾ ਸੀਗਾ, ਤੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਚੰਗਾ ਬਣਾਇਆ ਜਾਂਦਾ ਸੀਗਾ। ਅੱਜ ਸਾਨੂੰ ਉਹ ਸਿੱਖਿਆ ਦੀ ਲੋੜ ਆ, ਧਰਮ ਦੇ ਗਿਆਨ ਦੀ ਵੀ ਲੋੜ ਆ, ਦੁਨਿਆਵੀ ਪੜ੍ਹਾਈ ਦੀ ਵੀ ਲੋੜ ਆ, ਤੇ ਨਾਲ ਨਾਲ ਸ਼ਾਸਤਰ ਵਿਦਿਆ ਦੀ ਵੀ ਲੋੜ ਆ।